ਲੁਧਿਆਣਾ ਖਬਰਨਾਮਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਰਾਜਦੀਪ ਤੇ ਖਬਰਾਂ ਵੱਲ ਵਧਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। ਲੁਧਿਆਣਾ ਡੀਸੀ ਦਫ਼ਤਰ ਬਾਹਰ ਸਿੱਖ ਸੰਗਠਨਾਂ ਦਾ ਧਰਨਾ। ਦਿੱਲੀ ਦੇ ਵਿੱਚ ਨੌਜਵਾਨਾਂ ਦੀ ਗ੍ਰਿਫਤਾਰੀ ਤੇ ਜਤਾਇਆ ਰੋਸ। ਨੌਜਵਾਨਾਂ ਨੂੰ ਜਲਦ ਰਿਹਾ ਕਰਨ ਦੀ ਕੀਤੀ ਮੰਗ। ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ। ਖੰਨਾ ਵਿੱਚ ਕਈ ਉਮੀਦਵਾਰਾਂ ਨੇ ਅਕਾਲੀ ਦਲ ਨੂੰ ਦਿੱਤਾ ਸਮਰਥਨ। ਰਾਏਕੋਟ ਦੇ ਵਿੱਚ ਕਾਂਗਰਸੀ ਉਮੀਦਵਾਰ ਤੇ ਲੱਗੇ ਧੱਕੇਸ਼ਾਹੀ ਦੇ ਦੋਸ਼। ਲੋਕਾਂ ਨੂੰ ਧਮਕਾਉਣ ਦੇ ਲੱਗੇ ਨੇ ਦੋਸ਼। ਕਾਂਗਰਸੀ ਉਮੀਦਵਾਰ ਨੇ ਦੋਸ਼ਾਂ ਨੂੰ ਨਕਾਰਿਆ। ਖੰਨਾ ਵਿਖੇ ਮੋਬਾਈਲਾਂ ਦੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ। ਲੱਖਾਂ ਦੇ ਮੋਬਾਈਲ ਤੇ ਕੈਸ਼ ਚੋਰੀ। ਸੀਸੀਟੀਵੀ ਵਿੱਚ ਕੈਦ ਹੋਈ ਘਟਨਾ। 2 ਲੱਖ ਦਾ ਦੱਸਿਆ ਜਾ ਰਿਹਾ ਨੁਕਸਾਨ। ਪੀਏਯੂ ਮਾਹਰਾਂ ਦੀ ਭਵਿੱਖਬਾਣੀ। ਆਉਂਦੇ ਦਿਨਾਂ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ। ਲੋਕਾਂ ਨੂੰ ਧੁੰਦ ਦਾ ਵੀ ਕਰਨਾ ਪੈ ਸਕਦਾ ਹੈ ਸਾਹਮਣਾ। ਰੁਕ ਰੁਕ ਕੇ ਹੋ ਰਹੀ ਬਾਰਿਸ਼ ਕਣਕ ਦੇ ਲਈ ਲਾਹੇਵੰਦ। ਰਾਏਕੋਟ ਦੇ ਸਹਿਕਾਰੀ ਸਭਾ ਦਫ਼ਤਰ ਵਿੱਚ ਧਾਰਮਿਕ ਸਮਾਗਮ ਦਾ ਆਯੋਜਨ। ਸਰਬੱਤ ਦੇ ਭਲੇ ਲਈ ਕਰਵਾਇਆ ਸਮਾਗਮ। ਸਟਾਫ ਸਣੇ ਐਸਡੀਐਮ ਨੇ ਭਰੀ ਸਮਾਗਮ ਦੇ ਵਿੱਚ ਹਾਜ਼ਰੀ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। 26 ਜਨਵਰੀ ਦੀ ਹਿੰਸਾ ਤੋਂ ਬਾਅਦ ਦਿੱਲੀ ਪੁਲਿਸ ਦੇ ਵੱਲੋਂ ਕੁਝ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ, ਜਿਸ ਦੇ ਰੋਸ ਵਜੋਂ ਲੁਧਿਆਣਾ ਵਿਖੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕੁਝ ਸਿੱਖ ਸੰਗਠਨਾਂ ਦੇ ਆਗੂਆਂ ਨੂੰ ਕਿਹਾ ਹੈ ਕਿ ਨੌਜਵਾਨਾਂ ਨੂੰ ਪੁਲਿਸ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਪਣੀ ਗ੍ਰਿਫਤ ਦੇ ਵਿੱਚ ਰੱਖਿਆ ਹੋਇਆ ਹੈ। ਉਹਨਾਂ ਦੇ ਵੱਲੋਂ ਨੌਜਵਾਨਾਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਗਈ ਹੈ। ਉੱਥੇ ਹੀ ਦੀਪ ਸਿੱਧੂ ਤੇ ਬੋਲਦੇ ਹੋਏ ਵੀ ਉਹਨਾਂ ਨੇ ਦੀਪ ਸਿੱਧੂ ਦਾ ਸਮਰਥਨ ਕੀਤਾ। ਅੱਜ ਦਾ ਜੋ ਮੰਗ ਪੱਤਰ ਹੈ ਜਿਹੜੇ ਸਾਡੇ ਜਾਨੀ ਇਹ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਗਏ ਸੀ ਨੌਜਵਾਨ ਵੀਰ, ਵਿੱਚ ਕੁਝ ਬਜ਼ੁਰਗ ਵੀ ਨੇ ਸਾਡੇ ਜਿਹੜੇ ਉੱਥੇ ਮੋਦੀ ਸਰਕਾਰ ਵੱਲੋਂ ਉਹ ਜੇਲ੍ਹਾਂ ਵਿੱਚ ਡੱਕੇ ਹੋਏ ਨੇ। ਉਹਨਾਂ ਦੀ ਰਿਹਾਈ ਵਾਸਤੇ ਜੋ ਅੱਜ ਅਸੀਂ ਮੰਗ ਪੱਤਰ ਦੇਣ ਆਏ ਸੀ ਡੀਸੀ ਸਾਹਿਬ ਲੁਧਿਆਣਾ ਨੂੰ ਕਿ ਉਹ ਸਰਕਾਰਾਂ ਤੱਕ ਸਾਡੀ ਆਵਾਜ਼ ਪਹੁੰਚਾਉਣ ਕਿ ਉਹ ਜਿਹੜੇ ਨੌਜਵਾਨ ਉਹਨਾਂ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ। ਦੂਸਰੀ ਗੱਲ ਅਸੀਂ ਇੱਥੇ ਇਹ ਕਰਾਂਗੇ ਕਿ ਉਹਨਾਂ ਉੱਤੇ ਜੋ ਇਹ ਜੇਲ੍ਹਾਂ ਵਿੱਚ ਬੰਦ ਕਰਨ ਦੀ ਕਾਰਵਾਈ ਹੋਈ ਆ, ਸਾਨੂੰ ਤਾਂ ਅਜੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਵੀ ਉਹ ਕਿਹੜੇ ਬੇਸ ਤੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ, ਜਦ ਕਿ ਇਹ ਜਿਹੜਾ ਹੱਥ ਕੰਡਾ ਸੀ ਇਹ ਮੋਦੀ ਸਰਕਾਰ ਦਾ ਸੀ, ਜਿਹੜਾ ਲੋਕਾਂ ਨੂੰ ਉੱਥੇ ਭੜਕਾਇਆ ਗਿਆ। ਰੂਟ ਪਲੈਨਿੰਗ ਆ ਜਿਹੜੀ ਕਦੇ ਉਹ ਕਿਸੇ ਰੂਟ ਦੀ ਦੇਤੀ, ਕਦੇ ਕਿਸੇ ਰੂਟ ਦੀ ਦੇਤੀ। 24 ਘੰਟੇ ਪਹਿਲਾਂ ਰੂਟ ਪਲੈਨਿੰਗ ਬਦਲ ਕੇ ਹੋਰ ਦੇ ਦਿੱਤੀ ਗਈ। ਨਗਰ ਨਿਗਮ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ। ਖੰਨਾ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਨਿਯੁਕਤ ਆਬਜ਼ਰਵਰ ਹਰੀਸ਼ ਰਾਏ ਟਾਂਡਾ ਦੇ ਵੱਲੋਂ ਅਕਾਲੀ ਉਮੀਦਵਾਰਾਂ ਦੇ ਹੱਕ ਵਿੱਚ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਪ੍ਰਚਾਰ ਕੀਤਾ ਗਿਆ। ਇਸ ਮੌਕੇ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਗੁਰਿੰਦਰ ਸਿੰਘ ਬੱਗਾ ਦੇ ਵੱਲੋਂ ਰਾਜਪੂਤ ਭਾਈਚਾਰੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਡਟਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਕਈ ਉਮੀਦਵਾਰਾਂ ਦੇ ਵੱਲੋਂ ਅਕਾਲੀ ਦਲ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ। ਕਾਂਗਰਸ ਦੇ ਝੂਠੇ ਵਾਅਦਿਆਂ ਤੋਂ ਦੁਖੀ ਜਨਤਾ। ਇੱਥੇ ਇੱਕ ਬਹੁਤ ਬੜੀ ਬਰਾਦਰੀ ਹੈ ਰਾਜਪੂਤ ਭਾਈਚਾਰਾ, ਪਿਸ਼ੌਰੀ ਭਾਈਚਾਰਾ। ਇਹਨਾਂ ਨੂੰ ਹਮੇਸ਼ਾ ਵਰਤਦੇ ਰਹੀ ਤੇ ਕਦੇ ਵੀ ਜਦ ਇਲੈਕਸ਼ਨ ਆਉਂਦੀ ਹੈ ਇਹਨਾਂ ਨੂੰ ਬਣਦਾ ਸਤਿਕਾਰ ਨਹੀਂ ਮਿਲਦਾ। ਅੱਜ ਇਸ ਭਾਈਚਾਰੇ ਨੇ ਪੂਰਾ ਧਈਆ ਕੀਤਾ ਕਿ ਪੂਰੇ ਖੰਨੇ ਦੇ ਵਿੱਚ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਾਂਗੇ। ਬੱਗਾ ਜੀ ਇਹਨਾਂ ਦੇ ਸਿਰ ਕੱਢ ਲੀਡਰ ਹੈ। ਉਹਨਾਂ ਨੇ ਓਪਨ ਡਿਕਲੇਅਰ ਕੀਤਾ ਕਿ ਸਾਡੀ ਵੋਟ ਕਾਂਗਰਸ ਨੂੰ ਨਹੀਂ ਪੈ ਸਕਦੀ। ਦੇਖੋ ਪੋਲਿਟਿਕਸ ਜਿਹੜੀ ਹੈ ਨਾ, ਤੁਸੀਂ ਜਦ ਝੂਠੇ ਵਾਅਦਿਆਂ ਦੀ ਪੋਲਿਟਿਕਸ ਕਰੋਗੇ ਫਿਰ ਉਹ ਲੰਬੀ ਨਹੀਂ ਚੱਲਦੀ। ਜੇ ਤੁਸੀਂ ਸਹੀ ਗੱਲਾਂ ਸਹੀ ਵਾਅਦੇ ਕਰੋਗੇ ਤੇ ਨਿਭਾਓਗੇ ਤਾਂ ਪੋਲਿਟਿਕਸ ਲੰਬੀ ਚੱਲਦੀ। ਜਗਰਾਉਂ ਦੇ ਵਾਰਡ ਨੰਬਰ 12 ਦੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਨਗਰ ਕੌਂਸਲ ਚੋਣਾਂ ਦੇ ਲਈ ਆਜ਼ਾਦ ਉਮੀਦਵਾਰ ਦੇ ਵਜੋਂ ਖੜੇ ਹਿਮਾਂਸ਼ੂ ਮਲਿਕ ਨੇ ਇਸ ਵਾਰਡ ਦੇ ਵਿੱਚੋਂ ਕਾਂਗਰਸੀ ਉਮੀਦਵਾਰ ਰਾਕੇਸ਼ ਕੁਮਾਰ ਤੇ ਆਪਣੇ ਵਾਰਡ ਦੇ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਵੋਟਾਂ ਭੁਗਤਾਉਣ ਦੇ ਲਈ ਡਰਾਉਣ ਧਮਕਾਉਣ ਦਾ ਦੋਸ਼ ਲਗਾਇਆ। ਹਿਮਾਂਸ਼ੂ ਮਲਿਕ ਨੇ ਕਾਂਗਰਸੀ ਉਮੀਦਵਾਰ ਤੇ ਧੱਕੇਸ਼ਾਹੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸੀ ਕੌਂਸਲਰ ਆਮ ਲੋਕਾਂ ਨੂੰ ਨਜਾਇਜ਼ ਪੁਲਿਸ ਕੇਸਾਂ ਦੇ ਵਿੱਚ ਫਸਾਉਣ ਦੀ ਧਮਕੀ ਦੇ ਰਿਹਾ ਹੈ। ਉੱਥੇ ਹੀ ਪੂਰੇ ਮਾਮਲੇ ਦੇ ਨਾਲ ਸੰਬੰਧਿਤ ਵਾਰਡ ਨੰਬਰ 12 ਤੋਂ ਕਾਂਗਰਸੀ ਉਮੀਦਵਾਰ
ਰਾਕੇਸ਼ ਕੁਮਾਰ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਰੇ ਦੋਸ਼ ਬੇਬੁਨਿਆਦ ਨੇ ਅਤੇ ਉਹ ਇਹਨਾਂ ਦੀ ਵਿਰੋਧੀਆਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਰਹੇ ਨੇ। देखो जी, उन्होंने इत्थे 10-15 ਦੇ ਘਰਾਂ ਦੇ ਵਿੱਚ ਕਮੇਟੀ ਤੋਂ ਨੁਮਾਇੰਦੇ ਭੇਜੇ, ਜਿਹਦੀ ਮੇਰੇ ਕੋਲੇ ਕੈਮਰੇ ਦੇ ਵਿੱਚ, ਮੇਰੇ ਜਿਮ ਦੇ ਕੈਮਰੇ ਦੇ ਵਿੱਚ ਉਹਨਾਂ ਦੀ ਵੀਡੀਓ ਕੈਦ ਹੋ ਚੁੱਕੀ ਆ। ਉਹ ਕਹਿੰਦੇ ਕਿ ਤੁਹਾਡੀ ਪ੍ਰਾਪਰਟੀ ਜਿਹੜੀ ਨਜਾਇਜ਼ ਪ੍ਰਾਪਰਟੀ ਆ, ਉਹਦੇ ਡਾਕੂਮੈਂਟ, ਇੱਕ ਪ੍ਰਾਪਰਟੀ ਜਿਹਦੇ ਕਿ 3 ਵਿਸਵੇ ਨੇ, ਉਹ ਮੇਰੇ ਮਦਰ ਦੇ ਨਾਮ ਅਨੀਤਾ ਰਾਣੀ ਦੇ ਨਾਮ ਤੇ ਪੁਰਾਣਾ ਉਹਨਾਂ ਦਾ ਜਿਹੜਾ ਰਿਕਾਰਡ ਆ ਉਹ ਗੁਰਬਖਸ਼ ਸਿੰਘ ਜੀ ਤੋਂ ਲਿੱਤੀ ਗਈ ਆ। ਦੂਸਰੀ ਪ੍ਰਾਪਰਟੀ ਮੇਰੇ ਫਾਦਰ ਸਾਹਿਬ ਦੇ ਨਾਮ ਤੇ ਰਕੇਸ਼ ਕੁਮਾਰ ਜੀ ਦੇ, ਉਹ ਪ੍ਰਾਪਰਟੀ ਇੱਥੇ ਆਵਿਆਂ 'ਚ ਹੀ ਮੁੰਡਾ ਅਵਤਾਰ, ਉਹਦੇ ਦਾਦਾ ਜੀ ਤੋਂ ਪਤਾ ਨਹੀਂ ਉਹਨਾਂ ਤੋਂ ਚੱਲ ਕੇ ਆਈ ਹੈ ਸਾਨੂੰ। ਉਦੋਂ ਬਾਅਦ ਸਾਡੀ ਪ੍ਰਾਪਰਟੀ ਬਿਲਕੁਲ ਸਹੀ ਆ, ਉਹਨਾਂ ਦੇ ਕਾਗਜ਼ਾਤ ਜੋ ਵੀ ਚਾਹੀਦੇ ਆ ਉਹ ਅਸੀਂ ਦੇਣ ਲਈ ਰੈਡੀ ਆ, ਬਟ ਲੋਕਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਤੰਗ ਕਰ ਰਹੇ ਕਿ ਛੱਪੜ ਤੇ ਬੈਠੇ ਨੇ। ਅੱਜ ਤੋਂ 5 ਸਾਲ ਪਹਿਲਾਂ ਉਹਨਾਂ ਨੂੰ ਇਹ ਨਹੀਂ ਦਿਖਿਆ ਕਿ ਲੋਕ ਛੱਪੜ ਤੇ ਬੈਠੇ ਨੇ। ਸਾਡੇ ਨੂੰ ਕੋਈ ਇਹੋ ਜਿਹੀ ਗੱਲ ਨਹੀਂ। ਮੈਂ 40 ਸਾਲ ਤੋਂ ਇਸ ਵਾਰਡ ਦੀ ਸੇਵਾ ਕਰਦਾ ਆ ਰਿਹਾ, ਕਦੇ ਮੈਂ ਇਹੋ ਜਿਹੀ ਗੱਲ, ਇਹੋ ਜਿਹੀ ਘਟੀਆ ਹਰਕਤ ਕਰੂੰਗਾ? ਮੇਰਾ ਵਾਰਡ ਨਹੀਂ, ਇਹ ਮੇਰਾ ਪਰਿਵਾਰ ਆ। ਇਹ ਜਿਹੜੇ ਖੜੇ ਆ ਜਾਂ ਜਿਹੜੇ ਪ੍ਰਾਪੋਗੰਡਾ ਕਰ ਰਹੇ ਆ, ਉਹ ਨਜਾਇਜ਼ ਕਰ ਰਹੇ ਆ ਜੀ, ਉਹਨਾਂ ਨੂੰ ਭੜਕਾ ਰਹੇ ਆ ਵੀ ਤੁਹਾਡੇ ਤੇ ਕਮੇਟੀ ਦੀ ਕਾਰਵਾਈ ਹੋਊਗੀ ਜਾਂ ਆ ਹੋਊਗੀ। ਉੱਥੇ ਗੁਰਦੁਆਰਾ ਜਿਹਦੇ ਵਿੱਚ ਮੇਰਾ ਯੋਗਦਾਨ ਆ ਜੀ, ਮੈਂ 200 ਬੋਰੀ ਉੱਥੇ ਸੀਮੈਂਟ ਦੀ ਦਿੱਤੀ ਹੈ। ਮੈਂ ਗੁਰਦੁਆਰੇ ਇਹੋ ਜਿਹੀਆਂ ਚੀਜ਼ਾਂ ਤੇ ਅਸੀਂ ਅਟੈਕ ਕਰਾਂਗੇ ਜੀ? ਕਦੇ ਹੋ ਸਕਦਾ? ਇਹ ਮੰਨਣ ਵਾਲੀ ਗੱਲ ਹੈ। ਤੇ ਉਧਰ ਖੰਨਾ ਦੇ ਵਿੱਚ ਲਗਾਤਾਰ ਲੁੱਟਖੋ ਦੀਆਂ ਵਾਰਦਾਤਾਂ ਵਧੀਆਂ ਨਜ਼ਰ ਆ ਰਹੀਆਂ ਨੇ। ਇੱਥੇ ਚੋਰਾਂ ਦੇ ਵੱਲੋਂ ਮੋਬਾਈਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਇਸ ਦੌਰਾਨ ਲੱਖਾਂ ਦੇ ਮੋਬਾਈਲ ਤੇ ਕੈਸ਼ ਚੋਰੀ ਕਰਕੇ ਚੋਰ ਮੌਕੇ ਤੋਂ ਫਰਾਰ ਹੋ ਗਏ। ਪਰ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ 2 ਲੱਖ ਦੇ ਕਰੀਬ ਦਾ ਇੱਥੇ ਨੁਕਸਾਨ ਹੋਇਆ ਹੈ। ਪਰ ਰਾਤ 12:30 ਵਜੇ ਬੰਦੇ ਜੇ ਬਾਹਰ ਆਏ ਨੇ, ਕੈਮਰੇ 'ਚ ਪਤਾ ਲੱਗਿਆ ਵੀ ਨੁਕਸਾਨ ਹੋਇਆ, ਕਰ ਰਹੇ ਨੇ। ਘੰਟਾ ਡੇਢ ਘੰਟਾ ਚੌਂਕੀਦਾਰ ਸੀ, ਉਹ ਛੁੱਟੀ ਤੇ ਸੀਗਾ, ਆਇਆ ਨਹੀਂਗਾ। ਸਵੇਰੇ ਸਾਨੂੰ ਆ ਕੇ ਗੁਆਂਢੀ ਨੇ ਦੱਸਿਆ ਵੀ ਤੁਹਾਡੀ ਆਹ ਦੁਕਾਨ ਤੇ ਭਾਈ ਤਾਲੇ ਤੋੜੇ ਨੇ, ਇਹ ਆਓ ਮੜ ਜਾ। ਆ ਕੇ ਦੁਕਾਨ ਤੇ ਦੇਖਿਆ ਨੁਕਸਾਨ ਕੀਤਾ ਸੀ। ਕੀ ਲੈ ਗਏ ਸਰ? ਮੈਂ ਕੁਝ ਮੋਬਾਈਲ ਲੈ ਗਏ, ਕੁਝ ਕੈਸ਼ ਲੈ ਗਏ। ਕਿੰਨਾ ਕੈਸ਼ ਹੈਗਾ? ਕੈਸ਼ ਵੀ ਹੋਣਾ 15-20 ਹਜ਼ਾਰ ਤੱਕ ਹੋਈਆਂ, ਇੰਨਾ ਤਾਂ ਨਾਰਮਲ ਜੀ ਹੋ ਜਾਂਦੀ ਹੈ। ਕੋਈ ਸ਼ੱਕ ਵਗੈਰਾ ਹੈ ਕੋਈ? ਨਹੀਂ, ਸ਼ੱਕ ਕੋਈ ਨਹੀਂ ਹੈ, ਕਿਉਂਕਿ ਸੰਤ ਸਗੋਂ ਉਲਟਾ ਗੁਆਂਢੀ ਨੇ ਦੱਸਿਆ ਵੀ ਤੁਸੀਂ ਆਓ ਜਰਾ। ਹਾਂਜੀ, ਸ਼ੱਕ ਸ਼ੁਕ ਦਾ ਤਾਂ ਕੋਈ ਨਹੀਂ। ਬਾਕੀ ਕੈਮਰੇ ਤੇ ਆ, ਕੈਮਰੇ 'ਚ ਰਿਕਾਰਡਿੰਗ ਹੈਗੀ ਆ, ਬੰਦੇ ਹੁਣ ਟ੍ਰੇਸ ਕਰਨਗੇ, ਪਤਾ ਲੱਗ ਜੂ ਕਿਹੜੇ ਨੇ। ਕਿੰਨੇ ਦਾ ਨੁਕਸਾਨ? 3 ਬੰਦੇ ਨੇ, ਯਾਨੀ ਨੁਕਸਾਨ ਆਪਣਾ 1.5 ਦੇ ਆਲੇ-ਦੁਆਲੇ ਤਾਂ ਹੋਈ ਹੈ, ਬਾਕੀ ਵੱਧ ਘੱਟ ਵੀ ਹੋ ਸਕਦਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮਾਹਿਰਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਸਾਫ਼ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਉੱਥੇ ਹੀ ਮਾਹਿਰਾਂ ਦੀ ਮੰਨੀਏ ਤਾਂ ਲੋਕਾਂ ਨੂੰ ਧੁੰਦ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਪੀਏਯੂ ਮੌਸਮ ਵਿਭਾਗ ਦੇ ਮੁਖੀ ਡਾਕਟਰ ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲਕੀ ਬਾਰਿਸ਼ ਤੋਂ ਬਾਅਦ ਮੌਸਮ ਸਾਫ਼ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਰਾਤ ਦਾ ਤਾਪਮਾਨ ਵਧਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਇਸ ਬਾਰਿਸ਼ ਨੂੰ ਕਣਕ ਦੀ ਫਸਲ ਦੇ ਲਈ ਲਾਭਕਾਰੀ ਵੀ ਦੱਸਿਆ। ਜਿਹੜਾ ਇਹ ਸਿਸਟਮ ਕੱਲ ਤੋਂ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਹੈ, ਇਹ ਇੱਕ ਲੋ ਪ੍ਰੈਸ਼ਰ ਏਰੀਆ ਜਿਹਨੂੰ ਕਿ ਅਸੀਂ ਵੈਸਟਰਨ ਡਿਸਟਰਬੈਂਸ ਵੀ ਕਹਿੰਦੇ ਆ, ਉਹਦੇ ਕਰਕੇ ਹੋਇਆ ਹੈ। ਪਰ ਇਹ ਕੋਈ ਜ਼ਿਆਦਾ ਸਟਰੋਂਗ ਸਿਸਟਮ ਨਹੀਂ ਹੈ। ਇਹਦੇ ਨਾਲ ਪੰਜਾਬ ਦੇ ਜਿਹੜੇ ਨਰਦਰਨ ਡਿਸਟ੍ਰਿਕਟਸ ਹੈਗੇ ਨੇ ਜਾਂ ਸੈਂਟਰਲ ਪੰਜਾਬ ਤੱਕ, ਉਹਨਾਂ ਦੇ ਵਿੱਚ ਗਰਜ ਚਮਕ ਦੇ ਨਾਲ ਛਿੱਟੇ ਤੇ ਕਿਤੇ ਕਿਤੇ ਗੜੇ ਦੀ ਵੀ ਫੋਰਕਾਸਟ ਹੈਗੀ ਹੈ, ਨਾਲ ਤੇਜ਼ ਹਵਾਵਾਂ ਦੀ ਹੈ। ਪਰ ਇਹ ਸਿਸਟਮ ਕਿਉਂਕਿ ਸ਼ਾਰਟ ਲਿਵਡ ਹੋਣ ਕਰਕੇ ਸਿਰਫ 24 ਘੰਟੇ ਤੱਕ ਐਕਟਿਵ ਰਹੇਗਾ। ਉਹਦੇ ਬਾਅਦ ਫਿਰ ਦੁਬਾਰਾ ਕਲੀਅਰ ਵੈਦਰ ਦੀ ਹੈ ਤੇ ਨਾਲ ਫੌਗੀ ਵੀ ਹੋ ਸਕਦਾ ਹੈਗਾ, ਕਿਉਂਕਿ ਇਸ ਸਿਸਟਮ ਦੇ ਨਾਲ ਜ਼ਿਆਦਾ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਪਹਾੜਾਂ ਦੇ ਵਿੱਚ ਬਰਸਾਤ ਤੇ ਬਰਫ਼ਬਾਰੀ ਦੀ ਹੋਈ ਹੈ ਤੇ ਉਹਦੇ ਬਾਅਦ ਫਿਰ ਥੋੜੀ ਸ਼ੀਤ ਲਹਿਰ ਚੱਲਣ ਦੇ ਨਾਲ ਤਾਪਮਾਨ ਦੇ ਵਿੱਚ ਗਿਰਾਵਟ ਦੀ ਵੀ ਫੋਰਕਾਸਟ ਹੈ। ਤੇ ਉਧਰ ਲੁਧਿਆਣਾ ਰੇਲਵੇ ਸਟੇਸ਼ਨ ਤੇ ਖਾਸ ਤੌਰ ਤੇ ਉੱਤਰੀ ਰੇਲਵੇ ਸਟੇਸ਼ਨ ਅਧਿਕਾਰੀ ਰਾਜੇਸ਼ ਅਗਰਵਾਲ ਪਹੁੰਚੇ, ਜਿੱਥੇ ਉਹਨਾਂ ਨੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਦੇ ਨਾਲ ਖਾਸ ਮੁਲਾਕਾਤ ਵੀ ਕੀਤੀ। ਇਸ ਦੌਰਾਨ ਉਹਨਾਂ ਨੇ ਰੇਲਵੇ ਟਰੈਕ ਤੇ ਬੈਠੇ ਕਿਸਾਨਾਂ ਨੂੰ ਵੀ ਧਰਨਾ ਉੱਥੋਂ ਚੁੱਕਣ ਦੀ ਅਪੀਲ ਕੀਤੀ। और आपको मालूम है कि कोविड-19 के कारण काफ़ी कोचिंग सर्विसेज हमारी कम चल रही हैं और फ्रेट सर्विसेज में काफ़ी इजाफा है और लुधियाना हमारा सबसे महत्वपूर्ण स्टेशन है और श्रमिक स्पेशल इत्यादि सबसे ज़्यादा गाड़ियाँ अगर किसी स्टेशन से चली होंगी तो लुधियाना से ही चली हैं। तो अगर पूरे मंडल में अगर कोई सबसे महत्वपूर्ण जगह है तो वह लुधियाना,
तो इसका तो निरीक्षण हमें रेगुलर करते ही रहना चाहिए। तो इसी क्रम में आज भी हम लोग एक निरीक्षण करने आए हैं और संभावना ये भी है कि महाप्रबंधक महोदय भी लुधियाना से निरीक्षण प्रारंभ करें। तो उनके निरीक्षण के संबंधित भी जो बातें होती हैं उसकी तैयारी में सभी ब्रांच अफसरों के साथ हम लोग सभी क्षेत्रों का पूरा निरीक्षण करके 1 ਫਰਵਰੀ ਨੂੰ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ 2021 ਦਾ ਵਿਸ਼ਲੇਸ਼ਣ ਆਰਥਿਕ ਮਾਹਰਾਂ ਦੇ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਲੁਧਿਆਣਾ ਤੋਂ ਸਾਡੇ ਸਹਿਯੋਗੀ ਤਰਸੇਮ ਭਰਦਵਾਜ ਦੇ ਵੱਲੋਂ ਇੱਕ ਆਰਥਿਕ ਮਾਹਿਰ ਦੇ ਨਾਲ ਇਸ ਬਜਟ ਦਾ ਵਿਸ਼ਲੇਸ਼ਣ ਕੀਤਾ ਗਿਆ। ਕੇਂਦਰ ਦੀ ਸਰਕਾਰ ਵੱਲੋਂ ਆਪਣਾ ਜਿਹੜਾ ਬਜਟ ਪੇਸ਼ ਕੀਤਾ ਗਿਆ, ਬਜਟ ਤੋਂ ਕਾਫੀ ਉਮੀਦਾਂ ਸਨ, ਲੇਕਿਨ ਜਿਹੜਾ ਬਜਟ ਆਇਆ ਨਾ ਤਾਂ ਉਹ ਮਿਡਲ ਕਲਾਸ ਲਈ ਆ, ਨਾ ਸੈਲਰੀ ਕਲਾਸ ਲਈ ਆ, ਨਾ ਆਮ ਲੋਕਾਂ ਲਈ ਆ, ਜਿਸ ਤੋਂ ਕਾਫੀ ਆਸਾਂ ਸੀ। ਪਰ ਕਿਸੇ ਦੀ ਆਸ ਤੇ ਇਹ ਬਜਟ ਜਿਹੜਾ ਖਰਾ ਨਹੀਂ ਉਤਰਦਾ। ਜਿਸ ਤਰ੍ਹਾਂ ਪਹਿਲਾਂ ਵੀ ਜਿਹੜਾ ਹੈਗਾ ਕੇਂਦਰ ਦੀ ਸਰਕਾਰ ਦੇ ਉੱਤੇ ਆਰੋਪ ਲੱਗ ਰਹੇ ਨੇ ਲਗਾਤਾਰ, ਜਿਹੜਾ ਹੈਗਾ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਆ, ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਲਗਾਤਾਰ ਕੋਈ ਨਾ ਕੋਈ ਪਾਲਿਸੀਆਂ ਬਣਾਈਆਂ ਜਾ ਰਹੀਆਂ। ਹੁਣ ਵੀ ਜਿਹੜਾ ਬਜਟ ਪੇਸ਼ ਕੀਤਾ ਗਿਆ ਉਹ ਕੁਝ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਹੈਗਾ ਫਾਇਦਾ ਪਹੁੰਚਾਉਣ ਲਈ ਜਿਹੜਾ ਹੈਗਾ ਬਜਟ ਪੇਸ਼ ਕੀਤਾ ਗਿਆ। ਜਿਸ ਤਰ੍ਹਾਂ ਨਾਲ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਪਿਛਲੇ 60 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਲੜਾਈ ਲੜ ਰਹੇ ਨੇ। ਜਿਹੜਾ ਕੇਂਦਰ ਕਾਲੇ ਕਾਨੂੰਨ ਬਣਾਏ ਨੇ ਉਹਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਜਿਹੜੇ ਉਹ ਕਾਲੇ ਕਾਨੂੰਨ ਬਣਾਏ ਗਏ ਨੇ ਉਹ ਵੀ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਨੇ। ਹੁਣ ਵੀ ਜਿਹੜਾ ਬਜਟ ਆ ਉਹ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਜਿਹੜਾ ਬਣਾਇਆ ਗਿਆ, ਜਿਸ ਤੇ ਲਗਾਤਾਰ ਵਿਰੋਧੀ ਧਿਰ ਵੱਲੋਂ ਤੇ ਜਿਹੜੇ ਬਾਰਡਰਾਂ ਤੇ ਕਿਸਾਨ ਬੈਠੇ ਨੇ, ਪੰਜਾਬੀ ਬੈਠੇ ਨੇ, ਉਹਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈਗਾ। ਲੇਕਿਨ ਸਰਕਾਰ ਫਿਰ ਇੱਕ ਵਾਰ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਝੁਕੀ ਆ। ਅਸੀਂ ਗੱਲ ਕਰਾਂਗੇ, ਸਾਡੇ ਨਾਲ ਸੰਜੀਵ ਜੀ ਨੇ, ਮਾਹਰ ਨੇ, ਉਹਨਾਂ ਨਾਲ ਗੱਲ ਕਰਾਂਗੇ। ਸਰ ਕੀ ਕਹਿਣਾ ਚਾਹੁੰਦੇ? ਇੱਕ ਵਾਰ ਫਿਰ ਲੋਕਾਂ ਨੂੰ ਝਟਕਾ, ਆਮ ਲੋਕਾਂ ਨੂੰ ਕੋਈ ਵੀ ਬੈਨੀਫਿਟ ਨਹੀਂ ਲੱਗਦਾ ਹੈਗਾ। ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਇਹ ਜਿਹੜਾ ਯੂਨੀਅਨ ਬਜਟ 2021 ਹੈ ਇਹਦਾ ਮੇਨ ਜਿਹੜਾ ਫੋਕਸ ਹੈ ਮੈਂ ਇਹ ਕਹੂੰਗਾ ਇੰਟਰਪ੍ਰੀਨਰਸ਼ਿਪ ਤੇ ਜ਼ਿਆਦਾ ਹੈ। ਇਹ ਇੰਟਰਪ੍ਰੀਨਰਸ਼ਿਪ ਬਜਟ ਹੀ ਕਹੂੰਗਾ ਮੈਂ ਇਹਨੂੰ। ਇਹਦਾ ਮੇਨ ਫੋਕਸ ਇਨਫਰਾਸਟ੍ਰਕਚਰ ਤੇ ਕੀਤਾ ਗਿਆ, ਹੈਲਥ ਕੇਅਰ 'ਤੇ ਕੀਤਾ ਗਿਆ ਤੇ ਡਿਸਇਨਵੈਸਟਮੈਂਟ 'ਤੇ ਕੀਤਾ ਗਿਆ। ਇਹਦੇ ਵਿੱਚ ਮੈਂ ਨਿਰਾਸ਼ ਹੈਗਾ ਕੁਝ ਹੱਦ ਤੱਕ ਕਿ ਫਾਰਮਰਸ ਲਈ, ਸਪੈਸ਼ਲੀ ਐਗਰੀਕਲਚਰਲਿਸਟ ਲਈ, ਜਾਂ ਇਹ ਕਹਿ ਲਓ ਕਿ ਮੇਬੀ ਇਹ ਹੋ ਸਕਦਾ ਕਿ ਇੱਕ ਰਿਵੈਂਜ ਪਾਲਿਸੀ ਵੀ ਹੋ ਸਕਦੀ ਹੈ ਇੱਕ ਵਰਡਿੰਗ 'ਚ, ਲੇਕਿਨ ਮੈਂ ਬੈਲੈਂਸ ਅਪਰੋਚ ਰੱਖਾਂਗਾ ਜੀ। ਠੀਕ ਹੈ ਜੀ, ਰਿਵੈਂਜ ਪਾਲਿਸੀ ਵੀ ਹੋ ਸਕਦੀ ਹੈ, ਉਹਨਾਂ ਲਈ ਬਿਲਕੁਲ ਨਹੀਂ ਸੋਚਿਆ ਗਿਆ, ਕਿਸਾਨਾਂ ਲਈ, ਆਮ ਬੰਦਿਆਂ ਲਈ ਕੁਝ ਨਹੀਂ ਸੋਚਿਆ ਗਿਆ, ਕੋਈ ਐਗਰੀਕਲਚਰ ਲਈ ਬੂਸਟ ਨਹੀਂ ਕੀਤਾ ਗਿਆ, ਕੋਈ ਸਬਸਿਡੀਆਂ ਨਹੀਂ ਇਨਕਰੀਜ਼ ਕੀਤੀਆਂ ਗਈਆਂ ਸੈਕਟਰ 'ਚ। ਸਿਰਫ ਤੇ ਸਿਰਫ ਇਹ ਦੇਖੋ ਕਿ ਕਾਰਪੋਰੇਟਸ ਘਰਾਣਿਆਂ ਲਈ ਕੀਤਾ ਗਿਆ। ਕਾਰਪੋਰੇਟਸ ਘਰਾਣੇ ਦੇ ਵਿੱਚ ਤੁਸੀਂ ਇਹ ਕਰੋ ਜਿੰਨੇ ਵੀ ਇਨਫਰਾਸਟ੍ਰਕਚਰ ਪ੍ਰੋਜੈਕਟ ਆਣੇ ਨੇ 20,000 ਕਰੋੜ ਰੁਪਏ ਐਲੋਕੇਟ ਹੋਇਆ ਇਨਫਰਾਸਟ੍ਰਕਚਰ ਦੇ ਲਈ। ਔਰ ਉਸ ਤੋਂ ਇਲਾਵਾ ਤੁਸੀਂ ਇਹ ਦੇਖੋ ਕਿ ਹੈਲਥ ਕੇਅਰ ਦੇ ਵਿੱਚ, ਹੈਲਥ ਕੇਅਰ 'ਚ ਜ਼ਰੂਰ ਇਹਨਾਂ ਨੇ ਕੁਝ ਪ੍ਰਸ਼ੰਸਾਯੋਗ ਕੰਮ ਕੀਤੇ ਨੇ ਆਦਰਨੀ ਸੀਤਾਰਮਨ ਜੀ ਨੇ, ਕਿ 2,26,000 ਕਰੋੜ ਦੇ ਆਸ-ਪਾਸ ਇਹਨਾਂ ਨੇ ਐਲੋਕੇਟ ਕੀਤਾ। ਪਿੱਛੇ 94,000 ਕਰੋੜ ਸੀਗਾ, ਇਸ ਵਾਰ ਡਬਲ ਤੋਂ ਵੀ ਜ਼ਿਆਦਾ ਕਰਤਾ। ਉਹਦੇ ਨਾਲ ਇਹ ਹੋਏਗਾ ਬੈਨੀਫਿਟ ਕਿ ਜਿੰਨੇ ਡਾਕਟਰ, ਨਰਸਿਸ, ਪੈਰਾਮੈਡੀਕਲ ਸਟਾਫ, ਸੈਨੀਟਰੀ ਵਰਕਰਸ ਨੇ ਉਹ ਸਾਰਿਆਂ ਨੂੰ ਰੋਜ਼ਗਾਰ ਮਿਲੇਗਾ। ਉਸ ਤੋਂ ਇਲਾਵਾ ਪਬਲਿਕ ਨੂੰ ਵੀ ਸੁਵਿਧਾਵਾਂ ਮਿਲਣਗੀਆਂ। ਲੇਕਿਨ ਇੱਕ ਚੀਜ਼ ਦੀ ਮੈਨੂੰ ਕਮੀ ਖਲ ਰਹੀ ਹੈ ਕਿ ਜਿਹੜੀ ਲੋੜ ਸੀ ਸਭ ਤੋਂ ਜ਼ਿਆਦਾ ਉਹ ਇਹ ਸੀ ਕਿ ਕੋਵਿਡ-19 ਦੇ ਕਾਰਨ ਜਿਹੜੀ ਇਕਨੋਮੀ, ਛੋਟੇ ਲੋਕ ਜਿਹੜੇ ਪ੍ਰਭਾਵਿਤ ਹੋਏ ਨੇ, ਉਹਨਾਂ ਲਈ ਸਰਕਾਰ ਨੇ ਕੁਝ ਨਹੀਂ ਕੀਤਾ ਜਿਹੜਾ ਕਿ ਕਰਨਾ ਚਾਹੀਦਾ ਸੀ। ਇਨ ਸਬਸਿਡੀਜ਼ ਦੇ ਰੂਪ 'ਚ, ਇਨਸੈਂਟਿਵਸ ਦੇ ਰੂਪ 'ਚ, ਚਾਹੇ ਉਹ ਬਿਜ਼ਨਸ ਸਬਸਿਡੀਜ਼ ਦਿੰਦੇ, ਚਾਹੇ ਉਹ ਲੋਨਸ ਦੇ ਇੰਟਰਸਟ ਪੈ ਰਿਹਾ ਉਹਦੇ 'ਤੇ ਸਬਸਿਡੀ ਦਿੰਦੇ, ਕੁਝ ਕੰਸੈਸ਼ਨਸ ਦਿੰਦੇ। ਠੀਕ ਹੈ, ਉਹ ਉਧਰ ਨਹੀਂ ਕੀਤਾ ਗਿਆ। ਆਮ ਬੰਦੇ ਨੂੰ ਜਿਹੜਾ ਨੁਕਸਾਨ ਹੋਇਆ, ਛੋਟੇ ਦੁਕਾਨਦਾਰ ਨੇ, ਉਹ ਵਿਚਾਰਿਆਂ ਨੇ ਬਹੁਤ ਮੁਸ਼ਕਿਲ ਹੋਈ ਹੈ, ਤੇ ਇਹ ਵੱਡਿਆਂ ਲਈ ਤਾਂ ਬੈਨੀਫਿਟ ਹੈਗਾ। ਠੀਕ ਹੈ, ਓਵਰਆਲ ਬੈਲੈਂਸ ਇਹ ਕੀਤਾ ਗਿਆ। ਤੇ ਉਧਰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦਾ ਇੱਕ ਵਫਦ ਲੁਧਿਆਣਾ ਪੁੱਜਾ, ਜਿੱਥੇ PSPCL ਦੀਆਂ ਪਟੀਸ਼ਨਾਂ ਤੇ ਆਮ ਲੋਕਾਂ ਦੇ ਸੁਝਾਅ ਸੁਣੇ ਗਏ। ਇਸ ਮੌਕੇ ਤੇ ਲੁਧਿਆਣਾ ਦੇ ਉਦਯੋਗਪਤੀਆਂ ਵੱਲੋਂ ਪਾਵਰਕਾਮ ਦੇ ਖਿਲਾਫ ਗੁੱਸਾ ਨਜ਼ਰ ਆਇਆ। ਉਹਨਾਂ ਵੱਲੋਂ ਕੈਪਟਨ ਸਰਕਾਰ ਨੂੰ ਉਦਯੋਗਾਂ ਨੂੰ ਸਸਤੀ ਬਿਜਲੀ ਦੇਣ ਦੀ ਅਪੀਲ ਕੀਤੀ ਹੈ ਤੇ ਨਾਲ ਹੀ ਬਿਜਲੀ ਕਰਾਂ ਦੇ ਵਿੱਚ ਵਾਧਾ ਨਾ ਕਰਨ ਦੀ ਵੀ ਅਪੀਲ ਕੀਤੀ ਗਈ। ਅੱਜ ਪਾਵਰਕਾਮ ਦੇ ਕਹਿਣ ਤੇ PSERC ਨੇ ਅੱਜ ਮੀਟਿੰਗ ਰੱਖੀ ਸੀ, ਕਿਉਂਕਿ ਇਹਨਾਂ ਨੇ ਪਾਵਰਕਾਮ ਨੇ ਕਿਹਾ ਸੀ ਕਿ ਸਾਨੂੰ ਘਾਟਾ ਪੈ ਰਿਹਾ ਤੇ ਉਹਦੇ ਰੇਟ ਵਧਾਏ ਜਾਣ। ਤੇ ਅੱਜ ਅਸੀਂ, ਸਾਡੀ ਐਸੋਸੀਏਸ਼ਨ ਵੱਲੋਂ ਅੱਜ ਜ਼ਬਰਦਸਤ ਸ਼ਬਦਾਂ ਨਾਲ ਵਿਰੋਧ ਕੀਤਾ ਗਿਆ, ਕਿਉਂਕਿ ਪਾਵਰਕਾਮ ਜਿਹੜਾ 1 ਸਾਲ ਆਪਣੀ ਗੁੰਡਾਗਰਦੀ ਤੇ ਬਦਮਾਸ਼ੀ ਕਰਦਾ, ਇੰਡਸਟਰੀ ਨਾਲ ਨਜਾਇਜ਼ ਆਪਦੇ ਕਾਨੂੰਨ ਦੀਆਂ ਬਣਾਏ ਹੋਏ ਧੱਜੀਆਂ ਉਡਾ ਕੇ ਲੱਖਾਂ ਰੁਪਏ ਦੇ ਜੁਰਮਾਨੇ ਪਾਉਂਦਾ, ਅੱਜ ਮੈਂ ਉਹ ਸਾਰਾ ਕੱਚਾ ਚਿੱਠਾ ਅੱਜ ਕਮਿਸ਼ਨ ਦੇ ਸਾਹਮਣੇ ਪੇਸ਼ ਕੀਤਾ ਵੀ ਬਿਜਲੀ ਬੋਰਡ ਵਾਲੇ ਕਰਦੇ ਕੀ ਆ। ਜੋ ਉਹਨਾਂ ਨੇ ਨਜਾਇਜ਼ ਪੈਸੇ, ਨਜਾਇਜ਼ ਵਸੂਲੀ ਕੀਤੀ ਆ, ਸਾਰੇ ਮੈਂ ਕਾਗਜ਼ ਦਿੱਤੇ ਆ ਤੇ ਕਮਿਸ਼ਨ ਨੂੰ ਬੇਨਤੀ ਕੀਤੀ ਆ ਵੀ ਇਹਨਾਂ ਨੂੰ ਕੋਈ ਘਾਟਾ ਨਹੀਂ,
ਇਹ ਬਦਮਾਸ਼ੀ ਕਰਦੇ ਆ, ਝੂਠੀਆਂ ਬੈਲੈਂਸ ਸ਼ੀਟਾਂ ਬਣਾ ਕੇ ਤੁਹਾਨੂੰ ਦਿਖਾਉਂਦੇ ਆ ਕਿ ਪਾਵਰਕਾਮ ਘਾਟੇ 'ਚ ਆ, ਜਦ ਕਿ ਅਸੀਂ ਲਾਈਨਾਂ 'ਚ ਲੱਗ ਕੇ ਇਹਨਾਂ ਨੂੰ ਬਿਜਲੀ ਦਾ ਬਿੱਲ ਜਮ੍ਹਾਂ ਕਰਾਈਏ, ਡੇਢ ਮਹੀਨੇ ਦਾ ਇਹਨਾਂ ਨੂੰ ਐਡਵਾਂਸ ਬਿੱਲ ਦੇ ਦਈਏ। ਰੈਗੂਲੇਟਰੀ ਕਮਿਸ਼ਨ ਅੱਜ ਲੁਧਿਆਣਾ ਆਇਆ ਸੀ PSPCL ਤੇ PSTCL ਦੀ ਟੈਰਿਫ ਪਟੀਸ਼ਨਾਂ ਤੇ ਪਬਲਿਕ ਦੇ ਸੁਝਾਅ ਸੁਣਨ ਵਾਸਤੇ। ਇਹਨਾਂ ਸੁਝਾਵਾਂ ਤੇ ਉਹ ਪੂਰਾ ਗੌਰ ਕਰਨਗੇ ਤੇ ਜਦੋਂ ਟੈਰਿਫ ਆਰਡਰ ਕੱਢਣਗੇ ਤਾਂ ਜਿਹੜੇ ਸੁਝਾਅ ਇਹੋ ਜਿਹੇ ਜਿਨ੍ਹਾਂ ਤੇ ਅਮਲ ਹੋ ਸਕਦਾ ਉਹਨਾਂ ਤੇ ਅਮਲ ਕਰਨਗੇ। ਰਾਏਕੋਟ ਦੀ ਗੱਲ ਕਰੀਏ ਤਾਂ ਇੱਥੇ ਪਾਵਰਕਾਮ ਦਫ਼ਤਰ ਦੇ ਵਿੱਚ ਸਮੂਹ ਕਾਮਿਆਂ ਦੇ ਵੱਲੋਂ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਵੱਲੋਂ ਦਿੱਤੇ ਪ੍ਰੋਗਰਾਮ ਦੇ ਤਹਿਤ ਕੇਂਦਰ ਸਰਕਾਰ ਦੇ ਵੱਲੋਂ ਲਗਾਏ ਕਿਸਾਨ ਮਜ਼ਦੂਰ ਤੇ ਮੁਲਾਜ਼ਮ ਵਿਰੋਧੀ ਫੈਸਲਿਆਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਸਵੰਤ ਸਿੰਘ ਸਰਕਲ ਪ੍ਰਧਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨੋਂ ਖੇਤੀ ਕਾਨੂੰਨਾਂ, ਬਿਜਲੀ ਐਕਟ 2020 ਅਤੇ ਲੇਬਰ ਕਾਨੂੰਨ ਦੇ ਵਿੱਚ ਕੀਤੀਆਂ ਸੋਧਾਂ ਦੇ ਖਿਲਾਫ ਜੁਆਇੰਟ ਫੋਰਮ ਦੇ ਵੱਲੋਂ ਦਿੱਤੇ ਪ੍ਰੋਗਰਾਮ ਦੇ ਤਹਿਤ ਪ੍ਰਦਰਸ਼ਨ ਕੀਤਾ ਗਿਆ। ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੇ ਪ੍ਰੋਗਰਾਮ ਤੇ ਜੁਆਇੰਟ ਫੋਰਮ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਸੀ ਕਿ 3 ਕਿਸਾਨੀ ਬਿੱਲ, ਬਿਜਲੀ ਐਕਟ 2020 ਅਤੇ ਲੇਬਰ ਐਕਟ ਦੇ ਖਿਲਾਫ ਜੋ ਕੇਂਦਰ ਸਰਕਾਰ ਮੁਲਾਜ਼ਮਾਂ, ਮਜ਼ਦੂਰਾਂ ਦੇ ਤੇ ਕਿਸਾਨਾਂ ਦੇ ਖਿਲਾਫ ਐਕਟ ਲੈ ਕੇ ਆਈ ਹੈ, ਉਹਦੇ ਖਿਲਾਫ ਸਾਡਾ ਜਿਹੜਾ ਜਦੋਂ ਰੋਸ ਪ੍ਰਦਰਸ਼ਨ ਸੀ ਕਿ ਜਿਹਦੇ ਵਿੱਚ ਕਿਸਾਨੀ ਬਿੱਲਾਂ ਦੇ, ਕਿਸਾਨੀ ਫਸਲਾਂ ਦੀ ਲੁੱਟ ਖਸੁੱਟ ਦੇ ਖਿਲਾਫ ਅਤੇ ਲੇਬਰ ਐਕਟ ਜਿਹੜਾ ਉਹ 'ਤੇ ਜਿਹੜਾ ਮਜ਼ਦੂਰ ਦਾ ਸਕਾਗੋ ਦੇ ਸ਼ਹੀਦਾਂ ਨੂੰ ਜਿਹੜੇ ਸ਼ਰਧਾਂਜਲੀ ਦੇਣ ਵਾਲੇ ਅੱਜ ਤੋਂ ਸਮਥਿੰਗ 150 ਸਾਲ ਦੇ ਕਰੀਬ ਪਹਿਲਾਂ ਜੋ ਸਾਨੂੰ ਹੱਕ ਮਿਲੇ ਸਨ, ਉਹ ਸਾਡੇ ਅੱਜ ਹੱਕ ਖੋਹੇ ਜਾ ਰਹੇ ਆ। 8 ਘੰਟੇ ਤੋਂ 12 ਘੰਟੇ ਡਿਊਟੀ ਕੀਤੀ ਜਾ ਰਹੀ ਹੈ ਤੇ ਜਿਹੜੀਆਂ ਤਨਖਾਹਾਂ ਨੇ, ਉਜਰਤਾਂ ਨੇ, ਉਹ 'ਚ ਕਟੌਤੀ ਲਾਈ ਜਾ ਰਹੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 33ਵਾਂ ਵਿਸ਼ਾਲ ਕੀਰਤਨ ਦਰਬਾਰ ਇੱਥੋਂ ਦੇ ਵਾਰਡ ਨੰਬਰ 47 ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕਰਵਾਇਆ ਜਾ ਰਿਹਾ ਹੈ। 5 ਤੋਂ 7 ਫਰਵਰੀ ਤੱਕ ਚੱਲਣ ਵਾਲੇ ਇਸ ਸਾਲਾਨਾ ਸਮਾਗਮ ਦੇ ਦੌਰਾਨ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਦੌਰਾਨ ਕਈ ਪ੍ਰਸਿੱਧ ਕੀਰਤਨੀ ਜਥੇ ਸੰਗਤਾਂ ਨੂੰ ਕੀਰਤਨ ਪ੍ਰਵਾਹ ਦੇ ਨਾਲ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ 33ਵਾਂ ਸਾਲਾਨਾ ਮਹਾਨ ਕੀਰਤਨ ਦਰਬਾਰ ਬੜੀ ਸ਼ਰਧਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਗਲੀ ਨੰਬਰ 6 ਦੇ 7 ਵਿੱਚ ਮਨਾਇਆ ਜਾ ਰਿਹਾ ਹੈ। ਜੰਮੂ ਕਲੋਨੀ ਵਿਸ਼ਕਰਮਾ ਟਾਊਨ ਤੇ ਇਸ ਵਿੱਚ ਪੁੱਜ ਰਹੇ ਮਹਾਨ ਕੀਰਤਨ ਦਰਬਾਰ ਰਾਗੀ ਜਥੇ ਭਾਈ ਅੰਗਦ ਸਿੰਘ ਜੀ, ਮਾਤਾ ਵਿਪਨਪ੍ਰੀਤ ਕੌਰ ਜੀ ਤੇ ਭਾਈ ਰਵਿੰਦਰ ਸਿੰਘ ਜੋਨੀ ਜੀ, ਭਾਈ ਧਰਮਪ੍ਰੀਤ ਸਿੰਘ ਜੀ ਘੁੰਗਰਾਲੀ ਵਾਲੇ, ਭਾਈ ਸਰਬਜੀਤ ਸਿੰਘ ਜੀ ਭੋਰੋਵਾਲ ਵਾਲੇ, ਭਾਈ ਈਸ਼ਰ ਸਿੰਘ ਜੀ ਪਹੁੰਚ ਰਹੇ ਨੇ। ਸਮੂਹ ਨਾਕਾ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਇਸ ਮਹਾਨ ਕੀਰਤਨ ਦਰਬਾਰ ਵਿੱਚ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਤੇ ਉਧਰ ਰਾਏਕੋਟ ਦੇ ਵਿੱਚ ਸਹਿਕਾਰੀ ਰਜਿਸਟਰਾਰ ਸਭਾਵਾਂ ਦਫ਼ਤਰ ਦੇ ਵਿੱਚ ਸਮੂਹ ਫੀਲਡ ਸਟਾਫ ਅਤੇ ਸਕੱਤਰ ਯੂਨੀਅਨ ਦੇ ਵੱਲੋਂ ਸਰਬੱਤ ਦੇ ਭਲੇ ਲਈ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਇਸ ਮੌਕੇ ਐਸਟੀਐਮ ਡਾਕਟਰ ਹਿਮਾਂਸ਼ੂ ਗੁਪਤਾ ਨੇ ਖਾਸ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਸਮੂਹ ਸਟਾਫ ਦੇ ਵੱਲੋਂ ਕਰਵਾਏ ਇਸ ਸਮਾਗਮ ਦੀ ਭਰਪੂਰ ਸ਼ਲਾਘਾ ਵੀ ਕੀਤੀ। ਅੱਜ ਦਫ਼ਤਰ ਵੱਲੋਂ ਫੀਲਡ ਸਟਾਫ ਅਤੇ ਖੇਤੀਬਾੜੀ ਸਭਾਵਾਂ ਦੇ ਸਕੱਤਰਾਂ ਵੱਲੋਂ ਸ਼ੁਕਰਾਨਾ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਅਤੇ ਸ਼ੁਕਰਾਨਾ ਕੀਤਾ ਗਿਆ। ਅੱਜ ਇੱਥੇ ਐਸਡੀਐਮ ਰਾਏਕੋਟ ਹਿਮਾਂਸ਼ੂ ਗੁਪਤਾ ਅਤੇ ਪ੍ਰਧਾਨ ਨਛੱਤਰ ਸਿੰਘ ਜਗਰਾਉਂ ਯੂਨੀਅਨ ਸਕੱਤਰ ਤੇ ਇੱਥੇ ਦੇ ਪ੍ਰਧਾਨ ਆਪਣੇ ਸਕੱਤਰ ਵਿਸ਼ਾਖਾ ਸਿੰਘ ਤੇ ਸੁਖਵਿੰਦਰ ਸਿੰਘ, ਉਹਨਾਂ ਨੇ ਵੀ ਇੱਥੇ ਪਹੁੰਚਣ ਤੇ ਸਾਹ ਮੈਡਮ ਡੀਐਮ ਮੈਡਮ ਲੁਧਿਆਣਾ ਕੇਂਦਰੀ ਬੈਂਕ, ਉਹਨਾਂ ਦੇ ਵੀ ਪਹੁੰਚਣ ਤੇ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ। ਤੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। ਲੁਧਿਆਣਾ ਡੀਸੀ ਦਫ਼ਤਰ ਬਾਹਰ ਸਿੱਖ ਸੰਗਠਨਾਂ ਦਾ ਧਰਨਾ। ਦਿੱਲੀ ਦੇ ਵਿੱਚ ਨੌਜਵਾਨਾਂ ਦੀ ਗ੍ਰਿਫਤਾਰੀ ਤੇ ਜਤਾਇਆ ਰੋਸ। ਨੌਜਵਾਨਾਂ ਨੂੰ ਜਲਦ ਰਿਹਾ ਕਰਨ ਦੀ ਕੀਤੀ ਮੰਗ। ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ। ਖੰਨਾ ਵਿੱਚ ਕਈ ਉਮੀਦਵਾਰਾਂ ਨੇ ਅਕਾਲੀ ਦਲ ਨੂੰ ਦਿੱਤਾ ਸਮਰਥਨ। ਰਾਏਕੋਟ ਦੇ ਵਿੱਚ ਕਾਂਗਰਸੀ ਉਮੀਦਵਾਰ ਤੇ ਲੱਗੇ ਧੱਕੇਸ਼ਾਹੀ ਦੇ ਦੋਸ਼। ਲੋਕਾਂ ਨੂੰ ਧਮਕਾਉਣ ਦੇ ਲੱਗੇ ਨੇ ਦੋਸ਼। ਕਾਂਗਰਸੀ ਉਮੀਦਵਾਰ ਨੇ ਦੋਸ਼ਾਂ ਨੂੰ ਨਕਾਰਿਆ। ਖੰਨਾ ਵਿਖੇ ਮੋਬਾਈਲਾਂ ਦੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ। ਲੱਖਾਂ ਦੇ ਮੋਬਾਈਲ ਤੇ ਕੈਸ਼ ਚੋਰੀ। ਸੀਸੀਟੀਵੀ ਵਿੱਚ ਕੈਦ ਹੋਈ ਘਟਨਾ। 2 ਲੱਖ ਦਾ ਦੱਸਿਆ ਜਾ ਰਿਹਾ ਨੁਕਸਾਨ।
PAU ਮਾਹਰਾਂ ਦੀ ਭਵਿੱਖਬਾਣੀ, ਆਉਂਦੇ ਦਿਨਾਂ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ। ਲੋਕਾਂ ਨੂੰ ਧੁੰਦ ਦਾ ਵੀ ਕਰਨਾ ਪੈ ਸਕਦਾ ਹੈ ਸਾਹਮਣਾ। ਰੁਕ ਰੁਕ ਕੇ ਹੋ ਰਹੀ ਬਾਰਿਸ਼ ਕਣਕ ਦੇ ਲਈ ਲਾਹੇਵੰਦ। ਰਾਏਕੋਟ ਦੇ ਸਹਿਕਾਰੀ ਸਭਾ ਦਫ਼ਤਰ ਵਿੱਚ ਧਾਰਮਿਕ ਸਮਾਗਮ ਦਾ ਆਯੋਜਨ। ਸਰਬੱਤ ਦੇ ਭਲੇ ਲਈ ਕਰਵਾਇਆ ਸਮਾਗਮ। ਸਟਾਫ ਸਣੇ SDM ਨੇ ਭਰੀ ਸਮਾਗਮ ਦੇ ਵਿੱਚ ਹਾਜ਼ਰੀ। ਤੇ ਜੇਕਰ ਤੁਸੀਂ ਕੋਈ ਸੁਝਾਅ ਜਾਂ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਸਾਡਾ ਈਮੇਲ ਆਈਡੀ ਹੈ news@fastway.in। ਤੁਸੀਂ ਸਾਨੂੰ ਆਨਲਾਈਨ ਦੇਖ ਸਕਦੇ ਹੋ www.fastway.in ਤੇ। ਲੁਧਿਆਣਾ ਖਬਰਨਾਮਾ ਵਿੱਚ ਫਿਲਹਾਲ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।